बिस्मिल्लाहिर्रहमानिर्रहीम अस्सलाम वालेकुम नाइम ब्रदर्स टीवी मुबारक जी ਤੁਹਾਡੀ ਖਿਦਮਤ 'ਚ ਹਾਜ਼ਰ ਅੱਜ ਦੇ ਤਫਸੀਰ ਦੇ ਨਾਲ ਨਾਜ਼ਰੀਨ ਸਾਡਾ ਚੈਨਲ ਨਾਈਮ ਬ੍ਰਦਰਸ ਟੀਵੀ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਤੁਹਾਨੂੰ ਮਿਲਦੇ ਰਹਿਣ। ਅੱਜ ਵੀ ਗੱਲ ਪਾਕਿਸਤਾਨ ਦੀ ਹੋਏਗੀ। ਕੱਲ ਅਫਸੋਸਨਾਕ ਵਾਕਿਆ ਪਿਸ਼ਾਵਰ 'ਚ ਇੱਕ ਪੇਸ਼ ਆਇਆ ਔਰ ਉਹਦੇ ਉੱਤੇ ਮੁਖਤਲਿਫ ਲੋਕਾਂ ਦੇ ਮੈਂ ਤਬਸਰੇ ਵੀ ਦੇਖੇ, ਮੁਖਤਲਿਫ ਲੋਕਾਂ ਦੀ ਰਾਏ ਵੀ ਦੇਖੀ ਔਰ ਜਿਹੜਾ ਅਫਸੋਸਨਾਕ ਉਹਦੇ 'ਚ ਚੀਜ਼ ਮੈਨੂੰ ਨਜ਼ਰ ਆਈ ਕਿ ਅਦਾਲਤ ਦੇ ਵਿੱਚ ਲੋਕ ਕਹਿ ਕੇ ਲਗਾ ਰਹੇ ਸੀ, ਇੱਕ ਬੰਦੇ ਨੂੰ ਕਤਲ ਕਰਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ। ਬਹੁਤ ਹੀ ਤਕਲੀਫ ਦੇ ਉਹਦੇ 'ਚ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਕੋਈ ਕਹਿ ਰਿਹਾ ਸੀ ਕਿ ਅਹਿਮਦੀ ਹੈ, ਕੋਈ ਕਹਿ ਰਿਹਾ ਸੀ ਕਾਦੀਆਨੀ ਹੈ, ਕੋਈ ਕਹਿ ਰਿਹਾ ਸੀ ਬੜਾ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਸੀ। ਮਸਲਾ ਇਹ ਵਾ, ਕੋਈ ਕਹਿ ਰਿਹਾ ਸੀ ਇਹਨੇ ਨਬੂਵਤ ਦਾ ਦਾਅਵਾ ਕੀਤਾ ਸੀ। ਪ੍ਰੋਬਲਮ ਇਹਨਾਂ ਸਾਰੀਆਂ ਚੀਜ਼ਾਂ ਦੀ ਚਲੋ ਜਿਹੜੀ ਵੀ ਹੈ ਇੱਕ ਅਲੱਗਾ ਵਾ, ਲੇਕਿਨ ਕਿਆ ਪਾਕਿਸਤਾਨ ਦੇ ਕਵਾਨੀਨ ਜਿਹੜੇ ਨੇ ਉਹ ਐਡੇ ਕਮਜ਼ੋਰ ਨੇ ਕਿ ਜਿਹਦਾ ਦਿਲ ਕਰ ਰਹੇ ਜਿਹਨੂੰ ਮਰਜ਼ੀ ਕਤਲ ਕਰ ਦੇ, ਫਿਰ ਅਦਾਲਤਾਂ ਦੀ ਜ਼ਰੂਰਤ ਹੀ ਨਹੀਂ ਹੈ ਉੱਥੇ। ਜਦੋਂ ਲੋਕਾਂ ਨੇ ਇਹ ਸਿਸਟਮ ਕਰਨਾ ਤੇ ਕਿਸ ਤਰ੍ਹਾਂ ਕਿਸੇ ਨੂੰ ਇਨਸਾਫ ਮਿਲ ਸਕਦਾ? ਕਿਆ ਤੁਸੀਂ ਅਦਾਲਤ 'ਚ ਉਹਦਾ ਬਿਆਨ ਸੁਣਿਆ ਕਿ ਉਹਨੇ ਕੀ ਕਿਹਾ? ਕਿਆ ਤੁਹਾਨੂੰ ਇਹ ਹੱਕ ਹਾਸਲ ਹੈ ਸੀ ਕਿ ਤੁਸੀਂ ਇੱਕ ਬੰਦੇ ਨੂੰ ਬਕਾਇਦਾ ਤੌਰ 'ਤੇ ਤਿਆਰ ਕੀਤਾ ਗਿਆ ਤਾਂ ਕਿ ਉਸ ਬੰਦੇ ਨੂੰ ਕਤਲ ਕੀਤਾ ਜਾਏ? ਇਹ ਕੋਈ ਸੋਚਿਆ ਸਮਝਿਆ ਮਨਸੂਬਾ ਹੀ ਹੋ ਸਕਦਾ, ਕੋਈ ਅਚਾਨਕ ਤੇ ਨਹੀਂ ਇਹ ਕੰਮ ਹੋਇਆ। ਸੋਚਣ ਵਾਲੀ ਗੱਲ ਹੈ। ਮਤਲਬ ਤਕਲੀਫ ਦੀ ਗੱਲ ਇਹ ਵਾ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕ ਐਸੀਆਂ ਗੱਲਾਂ ਕਰ ਰਹੇ ਜਿਸ ਤਰ੍ਹਾਂ ਉਹ ਖੁਦ ਇਨਸਾਨ ਨਹੀਂ ਹੈਗੇ, ਫਰਿਸ਼ਤੇ ਹੈਗੇ ਨੇ ਸਾਰੇ। ਔਰ ਜਿਹੜੇ ਬੰਦੇ ਨੇ ਕਤਲ ਕੀਤਾ, ਅਗਰ ਤੁਸੀਂ ਉਹਨੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਤਾਲੀਮ ਦਾ ਪੁੱਛੋ ਤਾਂ ਉਹਨੂੰ ਜ਼ੀਰੋ ਪਤਾ ਹੋਣਾ, ਉਹਨੂੰ ਪਤਾ ਹੀ ਨਹੀਂ ਹੋਣਾ। ਦੇਖ ਲੈਣਾ, ਇਲਮ ਹੀ ਨਹੀਂ ਹੋਣਾ ਉਹਨੂੰ। ਔਰ ਇਹ ਦੇਖ ਲੈਣਾ ਤੁਸੀਂ ਉਹਨੂੰ ਪੁੱਛ ਕੇ ਕਿ ਤੈਨੂੰ ਇਸਲਾਮ ਦੇ ਜਿਹੜੇ ਹਦਾਇਤ ਇਸਲਾਮ ਨੇ ਕੀਤੀ ਉਹਦਾ ਪਤਾ ਹੈ ਕਿਸੇ ਚੀਜ਼ ਦਾ? ਮਗਰ ਨਹੀਂ ਪਤਾ। ਉੱਤੇ ਬ੍ਰੇਨ ਵਾਸ਼ ਕੀਤੇ ਜਾਂਦੇ ਨੇ ਲੋਕਾਂ ਨੂੰ, ਇਹਨਾਂ ਚੀਜ਼ਾਂ ਦੇ ਉੱਤੇ ਤਿਆਰ ਕੀਤਾ ਜਾਂਦਾ ਤਾਂ ਕਿ ਮੁਲਕ ਦੇ ਹਾਲਾਤ ਖਰਾਬ ਹੋਣ। ਇਹ ਤੋਂ ਪਹਿਲੇ ਵੀ ਇੱਕ ਕੇਸ ਹੋ ਚੁੱਕਿਆ, ਕਈ ਹੋ ਚੁੱਕੇ ਨੇ, ਇੱਕ ਹੀ ਹੋਣਾ। ਬਹਰਹਾਲ ਦੁੱਖ ਔਰ ਤਕਲੀਫ ਦੀ ਗੱਲ ਇਹ ਵਾ ਕਿ ਅਦਾਲਤ ਜਿੱਥੇ ਲੋਕ ਇਨਸਾਫ ਲੈਣ ਜਾਂਦੇ ਨੇ ਉੱਥੇ ਇਹ ਕੰਮ ਹੋਇਆ। ਕਿਆ ਹੁਣ ਅੱਗੋਂ ਤੁਸੀਂ ਦੇਖੋ ਸਿਰਫ ਉਸ ਬੰਦੇ ਨੂੰ ਹੁਣ ਹੀਰੋ ਬਣਾ ਰਹੇ ਨੇ, ਉਹਨੂੰ ਕੱਲ੍ਹ ਨੂੰ ਸਜ਼ਾਏ ਮੌਤ ਹੋ ਜਾਏਗੀ, ਫਿਰ ਕੀ ਕਰਨਗੇ? ਫਿਰ ਉਹਦੀ ਕਬਰ ਨੂੰ ਪੂਜਣਾ ਸ਼ੁਰੂ ਕਰ ਦੇਣਗੇ, ਸ਼ਿਰਕ ਸ਼ੁਰੂ ਹੋ ਜਾਏਗਾ ਹੁਣ, ਔਰ ਜਿਹਦਾ ਇਸਲਾਮ ਨਾਲ ਕੋਈ ਤਲਕ ਨਹੀਂ। ਤਕਲੀਫ ਦੇ ਬਹਰਹਾਲ ਵਾਕਿਆ ਜਿਹੜਾ ਵਾ ਕੱਲ੍ਹ ਦਾ, ਮੈਂ ਤਾਂ ਇਹੀ ਕਹਾਂਗਾ ਕਿ ਕਿਸੇ ਨੂੰ ਕੋਈ ਹੱਕ ਹਾਸਲ ਨਹੀਂ ਕਿ ਕਿਸੇ ਨੂੰ ਕਤਲ ਕਰੇ। ਅਦਾਲਤ ਮੌਜੂਦ, ਕਾਨੂੰਨ ਮੌਜੂਦ, ਮਗਰ ਬੇਬਸ, ਔਰ ਉੱਥੇ ਕੋਈ ਸਿਕਿਉਰਿਟੀ ਨਹੀਂ। ਜਿਹਦਾ ਦਿਲ ਕਰਦਾ ਜੋ ਜਾ ਕੇ ਮਰਜ਼ੀ ਅਦਾਲਤ ਦੇ ਵਿੱਚ ਕਰ ਦੇਵੇ, ਕਿਸੇ ਨੂੰ ਫਰਕ ਨਹੀਂ ਉਹਦੇ ਨਾਲ ਪੈ ਰਿਹਾ। ਜਿੱਥੇ ਤੱਕ ਤੁਸੀਂ ਦੇਖਿਆ ਕਿ ਕੱਲ੍ਹ ਵੀ ਮੈਂ ਦੱਸਿਆ ਸੀ ਕਿ ਉਹ ਬੰਦਾ ਅਸਲਾ ਕਿੰਝ ਲੈ ਕੇ ਗਿਆ, ਅੰਦਰ ਪਿਸਟਲ ਕਿੰਝ ਗਈ ਉਹਦੇ ਕੋਲ, ਇਹ ਵੀ ਇੱਕ ਸਵਾਲ ਹੈ ਜਿਹਦਾ ਜਵਾਬ ਮੇਰਾ ਨਹੀਂ ਖਿਆਲ ਕਿਸੇ ਕੋਲ ਵੀ ਹੋਏ। ਅੰਦਰ ਉਲਮਾ ਵੀ ਦੇਖੇਗੇ, ਆਮ ਸ਼ਹਿਰੀ ਵੀ ਦੇਖੇਗੇ, ਵਕੀਲ ਵੀ ਦੇਖੇਗੇ, ਪੁਲਿਸ ਵੀ ਦੇਖੀ ਗਈ। ਔਰ ਇਹ ਚੀਜ਼ਾਂ ਦੇਖਣ ਤੋਂ ਬਾਅਦ ਮੈਂ ਹਿਸਾਬ ਲਾਇਆ ਕਿ ਅੱਜ ਇਨਸਾਨ ਇੰਨਾ ਗਿਰ ਚੁੱਕਿਆ। ਉਹਨਾਂ ਦੇ ਕਹਿਕਿਆਂ ਦੀ ਆਵਾਜ਼ਾਂ ਆ ਰਹੀਆਂ ਸੀ, ਉਹ ਹੱਸ ਰਹੇ ਸੀ। ਤਕਲੀਫ ਦੀ ਗੱਲ ਹੈ, ਸ਼ਰਮ ਦਾ ਮਕਾਮ। ਯੂਰਪ ਚਾਹੋ ਹਾਂ ਕਿਸੇ ਦੀ ਜ਼ਰੂਰਤ ਹੈ ਕਿਸੇ ਨੂੰ ਕਤਲ ਕਰ ਦੇ ਇਸ ਤਰ੍ਹਾਂ ਅਦਾਲਤਾਂ ਦੇ ਵਿੱਚ, ਮਗਰ ਕਿਉਂਕਿ ਇੱਕ ਸਿਸਟਮ ਹੀ ਖਰਾਬ ਹੈ, ਉਹਦੇ ਮੁਤਾਬਕ ਨਾ ਕੋਈ ਕਾਨੂੰਨ ਹੈ ਨਾ ਕੋਈ ਕਾਇਦਾ ਹੈ। ਜਿਹਦਾ ਦਿਲ ਕਰਦਾ ਹੈ ਉਹ ਸੜਕ 'ਤੇ ਕਿਸੇ ਨੂੰ ਮਾਰਨਾ ਸ਼ੁਰੂ ਕਰ ਦਿੰਦਾ, ਜਿਹਦਾ ਦਿਲ ਕਰਦਾ ਉਹ ਘਰ ਜਾ ਕੇ ਮਾਰਨ ਲੱਗ ਪੈਂਦਾ, ਜਿਹਦਾ ਦਿਲ ਕਰਦਾ ਚੁੱਕ ਲਿਆਂਦਾ ਬੰਦੇ ਨੂੰ ਆਪਣੇ ਡੇਰੇ 'ਤੇ ਲਿਆ ਕੇ ਮਾਰਦਾ। ਹਰ ਇੱਕ ਨੇ ਆਪਣਾ ਅਲੱਗਾ ਜਿਹੜਾ ਜਿੰਨੀ ਤਾਕਤ ਤੇ ਪਾਵਰ ਹੈ ਜਿਹੜੇ ਬੰਦੇ ਕੋਲ, ਉਹਦੇ ਮੁਤਾਬਕ ਲੋਕਾਂ 'ਤੇ ਜ਼ੁਲਮ ਹੋ ਰਿਹਾ। ਪਰ ਇਹ ਇਹਨਾਂ ਸਾਰੀਆਂ ਚੀਜ਼ਾਂ ਦਾ ਖੁਦਾ ਤਾਲਾ ਹਿਸਾਬ ਲੈਂਦਾ ਹੁੰਦਾ। ਇਹ ਨਾ ਸਮਝਣ ਕਿ ਨਹੀਂ ਲਏਗਾ, ਹਰ ਚੀਜ਼ ਦਾ ਹਿਸਾਬ ਲੈਂਦਾ ਅੱਲਾ ਮੀਆਂ। ਹੁਣ ਉਹ ਕਦੋਂ ਲਏਗਾ, ਕਿਸ ਤਰ੍ਹਾਂ ਲਏਗਾ, ਇਹ ਆਉਣ ਵਾਲਾ ਵਕਤ ਦੱਸੇਗਾ। ਨਾਜ਼ਰੀਨ, ਕਰੋਨਾ ਵਾਇਰਸ ਸਪੇਨ ਦੇ ਵਿੱਚ ਦੁਬਾਰਾ ਲਾਕਡਾਊਨ ਦੀ ਇਤਲਾਹ ਹੈ।
ਯੂਰਪ ਦੇ ਵਿੱਚ ਦੁਬਾਰਾ ਕਰੋਨਾ ਵਾਇਰਸ ਫੈਲ ਰਿਹਾ। ਅਸੀਂ ਇਹ ਪਹਿਲੇ ਵੀ ਤੁਹਾਨੂੰ ਦੱਸ ਚੁੱਕੇ, ਔਰ ਕੱਲ੍ਹ ਈਦ ਵੀ ਇੱਥੇ ਫਰਾਈਡੇ ਨੂੰ। ਹੁਣ ਦੇਖੋ ਕਿਤੇ ਦੇ ਵੈਸੇ ਈਦ ਦੇ ਉੱਤੇ ਜਾਣ ਦੀ ਇਜਾਜ਼ਤ ਤੇ ਉਹਨਾਂ ਨੇ ਕਿਹਾ ਕਿ ਆਪਣੇ ਜਾਨਵਰ ਲੈ ਕੇ ਆਓ, ਵਜ਼ੂ ਵਗੈਰਾ ਕਰਕੇ ਆਓ ਔਰ ਇਹਤਿਆਤ ਕਰੋ। ਹੁਣ ਇਹ ਦੇਖੋ ਲੋਕੀ ਕਿੰਨਾ ਕੁ ਖਿਆਲ ਕਰਦੇ ਨੇ, ਕਿਉਂਕਿ ਅਗਰ ਨਹੀਂ ਕਰਨਗੇ ਤਾਂ ਇੱਥੇ ਵੀ ਮਸਾਇਲ ਦਿਨ ਬ ਦਿਨ ਵੱਧਦੇ ਜਾਣਗੇ। ਇੰਡੀਆ ਦੀ ਅਸੀਂ ਕੱਲ੍ਹ ਵੀ ਤੁਹਾਨੂੰ ਗੱਲ ਦੱਸੀ ਸੀ ਕਿ ਬਹੁਤ ਤਕਲੀਫ ਦੇ ਖਬਰਾਂ ਆ ਰਹੀਆਂ ਨੇ ਇੰਡੀਆ ਤੋਂ, ਮਾੜੇ ਹਾਲਾਤ ਨੇ ਉੱਥੇ। ਰੋਜ਼ ਬਰ ਰੋਜ਼ ਲੋਕ ਜ਼ਿਆਦਾ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਨੇ, ਬਿਮਾਰ ਹੋ ਰਹੇ ਨੇ, ਫੌਤ ਹੋ ਰਹੇ ਨੇ। ਪਰ ਸਾਨੂੰ ਤਾਂ ਹਰ ਇਨਸਾਨ ਦੀ ਤਕਲੀਫ ਹੈ ਜਿਹੜਾ ਵੀ ਇਸ ਦੁਨੀਆ ਤੋਂ ਜਾਂਦਾ ਹੈ ਔਰ ਬਿਮਾਰੀ ਨਾਲ ਜਾਂਦਾ ਹੈ, ਜਾਂ ਪਾਣੀ ਆ ਗਿਆ ਕਰਾਚੀ ਉਹਦੇ ਨਾਲ ਗਿਆ, ਜਾਂ ਜਿਹੜੀ ਵੀ ਸੂਰਤ ਹੈ। ਨਾਜ਼ਰੀਨ, ਇਮਰਾਨ ਖਾਨ ਦੀ ਹਕੂਮਤ ਦੇ ਖਿਲਾਫ ਫੁੱਲ ਪ੍ਰੋਪੇਗੈਂਡਾ ਹੋ ਰਿਹਾ ਔਰ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਦਾ ਤਖਤਾ ਉਲਟਿਆ ਜਾਏ, ਮਗਰ ਸਾਡੇ ਜ਼ਰਾਏ ਕਹਿ ਰਹੇ ਨੇ ਕੋਈ ਡਰ ਖੌਫ ਦੀ ਗੱਲ ਨਹੀਂ ਹੈਗੀ ਔਰ ਅੰਦਰ ਅੰਦਰ ਕਾਫੀ ਖਿਚੜੀ ਪੱਕ ਰਹੀ ਹੈ। ਹੁਣ ਦੇਖੋ ਕਿ ਇਹ ਕਿਸ ਨਤੀਜੇ 'ਤੇ ਪਹੁੰਚਦੇ ਨੇ। ਅਗਲਾ ਅਗਰ ਇਹਨਾਂ ਦਾ ਪ੍ਰੋਗਰਾਮ ਇਹ ਸੀ ਕਿ ਫਿਰ ਉਹੀ ਧਰਨਾ ਦਿੱਤਾ ਜਾਏ ਇਸਲਾਮਾਬਾਦ, ਮਗਰ ਕਰੋਨਾ ਵਾਇਰਸ ਆ ਗਿਆ, ਉਹਦੀ ਵਜ੍ਹਾ ਤੋਂ ਇਹਨਾਂ ਨੂੰ ਖਿਆਲ ਕਰਨਾ ਪੈ ਰਿਹਾ। ਉਹੀ ਵਜ੍ਹਾ ਹੈ ਕਿ ਲਾਕਡਾਊਨ ਵੀ ਲੱਗ ਰਹੇ ਨੇ, ਜਿਹਦੀ ਵਜ੍ਹਾ ਤੋਂ ਇਹ ਲੋਕ ਜਲਸੇ ਜਲੂਸ ਨਹੀਂ ਕਰ ਸਕਦੇ। ਉਸ ਤੋਂ ਇਲਾਵਾ ਨਾਜ਼ਰੀਨ, ਅਸੀਂ ਇਹ ਵੀ ਤੁਹਾਨੂੰ ਦੱਸੀਏ ਕਿ ਯੂਕੇ ਦੇ ਵਿੱਚ ਕਿ ਦੁਬਾਰਾ ਕਰੋਨਾ ਵਾਇਰਸ ਦੇ ਮਰੀਜ਼ ਜਿਹੜੇ ਸਾਹਮਣੇ ਆ ਰਹੇ ਨੇ, ਪਹਿਲੇ ਵੀ ਖਤਮ ਨਹੀਂ ਸੀ ਹੋਏ, ਲੇਕਿਨ ਇਹਦੇ ਉੱਤੇ ਹਾਲੇ ਤੱਕ ਮੁਕੰਮਲ ਤੌਰ 'ਤੇ ਕਾਬੂ ਨਹੀਂ ਪਾਇਆ ਗਿਆ। ਲੋਕਾਂ ਦੇ ਬਿਜ਼ਨਸ ਜਿਹੜੇ ਬੰਦ ਹੋਏ ਦੇ ਸੀ, ਉਹਨਾਂ ਨੂੰ ਫਿਕਰ ਲੱਗੀ ਦੀ ਹੈ ਕਿ ਚੱਲਦੇ ਰਹਿਣ। ਗੱਡੀਆਂ ਦੀਆਂ ਕੀਮਤਾਂ ਡਾਊਨ ਹੋ ਗਈਆਂ ਨੇ, ਖਰੀਦਣ ਵਾਲੇ ਕੋਈ ਨਹੀਂ ਹੈਗੇ, ਕਾਰੋਬਾਰੀ ਲੋਕ ਪਰ ਕਾਫੀ ਪਰੇਸ਼ਾਨ ਨੇ ਉਹਦੀ ਵਜ੍ਹਾ ਤੋਂ। ਨਾਜ਼ਰੀਨ, ਅਸੀਂ ਇਹ ਵੀ ਤੁਹਾਨੂੰ ਅੱਜ ਦੱਸ ਦਿੰਦੇ ਹਾਂ ਕਿ ਪਾਕਿਸਤਾਨ ਦੇ ਮਸਾਇਲ ਇੰਨੇ ਨੇ ਕਿ ਉਹ ਸਮਝ ਨਹੀਂ ਆਉਂਦੀ ਕਿ ਕਿੱਧਰੋਂ ਕੋਈ ਸ਼ੁਰੂ ਕਰੇ ਨਾ, ਕਿਉਂਕਿ ਉੱਥੇ ਦੇ ਹਾਲਾਤ ਦਿਨ ਬ ਦਿਨ ਠੀਕ ਹੁੰਦੇ ਤੇ ਨਜ਼ਰ ਨਹੀਂ ਆ ਰਹੇ, ਲੇਕਿਨ ਖਰਾਬ ਬਹਾਰਲ ਹੋ ਰਹੇ ਨੇ। ਹਕੂਮਤ ਦਾ ਕਹਿਣਾ ਕਿ ਅਸੀਂ ਤਰੱਕੀ ਕਰ ਰਹੇ ਹਾਂ, ਮਗਰ ਲੋਕਾਂ ਦੇ ਜਦੋਂ ਮੈਂ ਪ੍ਰੋਗਰਾਮਾਂ ਦੇ ਵਿੱਚ ਦੇਖਿਆ ਗਿਆ ਕਿ ਉਹਨਾਂ ਦਾ ਇਹੀ ਸੋਸ਼ਲ ਮੀਡੀਆ 'ਤੇ ਕਿ ਇਮਰਾਨ ਖਾਨ ਦੀ ਹਕੂਮਤ ਦੇ ਨਾਲ ਵੀ ਹਾਲੇ ਤੱਕ ਗਰੀਬ ਨੂੰ ਕੋਈ ਫਾਇਦਾ ਨਹੀਂ ਹੋਇਆ। ਗਰੀਬ ਮੁਸਲਸਲ ਉਸੇ ਪਰੇਸ਼ਾਨੀ ਦੇ ਵਿੱਚ ਜਿਹਦੇ 'ਚੋਂ ਪਹਿਲੇ ਸੀ। ਇਮਰਾਨ ਖਾਨ ਕੋਸ਼ਿਸ਼ ਕਰ ਰਿਹਾ ਜਾਂ ਨਹੀਂ ਕਰ ਰਿਹਾ, ਅਗਲੇ 2-2.5 ਸਾਲ 'ਚ ਤੁਹਾਨੂੰ ਪਤਾ ਚੱਲ ਜਾਏਗਾ। ਕੋਈ ਕਹਿ ਰਿਹਾ ਜੀ ਉਹ ਪਤਾ ਨਹੀਂ ਚੱਲ ਰਿਹਾ, ਬੜੀ ਮਿਹਨਤ ਕਰ ਰਿਹਾ, ਰਾਤ ਦਿਨ ਲੱਗਾ ਦਾ ਔਰ ਹਾਲਾਤ ਚੇਂਜ ਹੁੰਦੇ ਜਾ ਰਹੇ, ਮਗਰ ਇਹ ਨਜ਼ਰ ਕੋਈ ਨਹੀਂ ਆ ਰਿਹਾ। ਪੰਜਾਬ ਦੇ ਵਜ਼ੀਰ ਆਲਾ ਵਾ, ਉਹ ਵੀ ਛਾਪੇ ਮਾਰਦੇ ਨੇ ਪਏ, ਜਾ ਕੇ ਚੈੱਕ ਕਰਦੇ ਨੇ ਕਿ ਡਿਊਟੀ 'ਤੇ ਕੋਈ ਪੁਲਿਸ ਵਾਲੇ ਹੈਗੇ ਨੇ, ਕੋਈ ਦਫ਼ਤਰਾਂ ਵਾਲੇ ਹੈਗੇ ਨੇ, ਮਗਰ ਕਿੰਨਿਆਂ ਨੂੰ ਫੜ ਲੈਣਗੇ, ਜ਼ਿਆਦਾ ਮੁਅੱਤਲ ਕਰ ਦੇਣਗੇ, ਫਿਰ ਆ ਜਾਣਗੇ ਉਹ ਲੋਕ ਜਿਹੜਾ ਨੌਕਰੀ ਤੋਂ ਕੱਢ ਦਿੱਤਾ। ਇਹੋ ਜਿਹੇ ਵਾਕਿਆ ਦੇ ਸਾਹਮਣੇ ਆ ਰਹੇ। ਜਰਮਨੀ ਦੇ ਹਾਲਾਤ ਕਾਫੀ ਬਿਹਤਰ ਨੇ ਨਾਜ਼ਰੀਨ, ਇੱਥੇ ਅੱਲਾ ਦੇ ਫਜ਼ਲ ਨਾਲ ਲੋਕ ਕਾਫੀ ਬਾਹਰ ਦੇਖੇ ਜਾ ਰਹੇ ਨੇ, ਬੇਫਿਕਰ ਹੋ ਕੇ ਸ਼ਾਪਿੰਗ ਕਰ ਰਹੇ ਨੇ ਔਰ ਕੋਈ ਕਿਸੇ ਕਿਸਮ ਦਾ ਕਿਸੇ ਨੂੰ ਫਿਕਰ ਨਹੀਂ ਹੈ। ਕੱਲ੍ਹ ਇਨਸ਼ਾਅੱਲਾ ਇੱਥੇ ਵੀ ਈਦ ਮਨਾਈ ਜਾਏਗੀ ਔਰ ਅਸੀਂ ਇਨਸ਼ਾਅੱਲਾ ਕੱਲ੍ਹ ਵੀ ਪ੍ਰੋਗਰਾਮ ਕਰਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਜੁੜ ਜਾਓ 9 ਬ੍ਰਦਰਜ਼ TV ਦੇ ਨਾਲ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।